ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਅੱਜ ਅਸੀਂ 17ਵੀਂ ਪੌੜੀ ਦੀ ਵਿਆਖਿਆ ਕਰਨ ਜਾ ਰਹੇ ਹਾਂ। ਇਸ ਤਰ੍ਹਾਂ ਦੀ ਪੌੜੀਆਂ ਜਿਹਦੇ ਵਿੱਚ ਤੂੰ ਸਦਾ ਸਲਾਮਤ ਨਿਰੰਕਾਰ, ਇਸ ਦਾ ਬਾਰ-ਬਾਰ ਜ਼ਿਕਰ ਆਉਂਦਾ ਹੈ। ਇਸ ਤਰੀਕੇ ਦੀਆਂ 4 ਪੌੜੀਆਂ ਉਚਾਰਨ ਕੀਤੀਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਜਿਸ ਦੇ ਵਿੱਚ ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਹੇ ਸਲਾਮਤ, ਹੇ ਸਦੀਵੀ ਰਹਿਣ ਵਾਲੇ, ਆਕਾਰ ਤੋਂ ਰਹਿਤ, ਤੇਰੀ ਕੁਦਰਤ ਦਾ ਮੈਂ ਕਿੱਥੇ ਤੱਕ ਵਰਣਨ ਕਰਾਂ। ਇਤਨਾ ਅਨੰਤ ਪਸਾਰਾ ਹੈ ਕਿ ਮੈਂ ਤੇ ਇੱਕ ਦਫਾ ਵੀ ਸਦਕੇ ਨਹੀਂ ਜਾ ਸਕਦਾ। ਮੇਰੇ ਵਿੱਚ ਤੇ ਇਤਨੀ ਵੀ ਸਮਰਥਾ ਨਹੀਂ ਕਿ ਮੈਂ ਇੱਕ ਵਾਰੀ ਵੀ ਕੁਰਬਾਨ ਹੋ ਸਕਾਂ। ਕੁਦਰਤ ਦੇ ਵਿੱਚ ਕੀ ਕੁਛ ਹੈ? ਕੁਦਰਤ ਦੇ ਵਿੱਚ 2 ਵਿਰੋਧੀ ਲਹਿਰਾਂ ਚੱਲ ਰਹੀਆਂ ਨੇ। ਹੱਸਣਾ ਹੈ, ਰੋਣਾ ਹੈ, ਜਨਮ ਹੈ, ਮਰਨ ਹੈ, ਸੁਗੰਧ ਹੈ, ਦੁਰਗੰਧ ਹੈ, ਦਿਨ ਹੈ, ਰਾਤ ਹੈ, ਫੁੱਲ ਨੇ, ਕੰਡੇ ਨੇ, ਇੱਜ਼ਤ ਹੈ, ਬੇਇੱਜ਼ਤੀ ਹੈ, ਗਮ ਹੈ, ਖੁਸ਼ੀਆਂ ਹੈਗੀਆਂ ਨੇ। ਕੋਈ ਐਸੀ ਖੁਸ਼ੀ ਨਹੀਂ ਜੋ ਗਮ ਦੇ ਨਾਲ ਓਤ-ਪ੍ਰੋਤ ਨਾ ਹੋਵੇ। ਕੋਈ ਐਸਾ ਜਨਮ ਨਹੀਂ ਜੋ ਮੌਤ ਦੇ ਵਿੱਚ ਲਿਪਟਿਆ ਨਾ ਹੋਵੇ। ਕੋਈ ਐਸਾ ਹਾਸਾ ਨਹੀਂ ਜੋ ਹੰਝੂਆਂ ਵਿੱਚ ਪਰੋਇਆ ਨਾ ਹੋਵੇ। ਕੋਈ ਐਸੀ ਇੱਜ਼ਤ ਨਹੀਂ ਜਿਸ ਦਾ ਆਧਾਰ ਬੇਇੱਜ਼ਤੀ ਨਾ ਹੋਵੇ। ਤੋ ਜਗਤ ਦੇ ਵਿੱਚ ਇਹ ਵਿਪਰੀਤ 2 ਲਹਿਰਾਂ ਚੱਲਦੀਆਂ ਨੇ। ਜਿਸ ਤਰ੍ਹਾਂ ਸੰਗੀਤ ਦੀ ਧੁਨ ਵਿਰੋਧੀ ਸੁਰਾਂ ਨਾਲ ਤਿਆਰ ਹੁੰਦੀ ਹੈ, ਜਗਤ ਦੀ ਸੁੰਦਰਤਾ ਵੀ ਇਸ ਵਿਰੋਧਤਾ ਤੇ ਹੀ ਖੜੀ ਹੈ। ਜਦ ਕਦੀ 4 ਬਜ਼ੁਰਗ ਮਨੁੱਖ ਇਸ ਸੰਬੰਧ ਵਿੱਚ ਚਰਚਾ ਕਰਦੇ ਹੋਣ ਕਿ ਜ਼ਮਾਨਾ ਬਹੁਤ ਬੁਰਾ ਆ ਗਿਆ ਹੈ, ਵਕਤ ਬਹੁਤ ਬੁਰਾ ਹੈ, ਦਰਅਸਲ ਉਹਨਾਂ ਨੇ ਵਕਤ ਨੂੰ ਗਹਿਰਾਈ ਨਾਲ ਵੇਖਿਆ ਹੀ ਨਹੀਂ, ਨਾਪਿਆ ਨਹੀਂ। ਇਹ ਤੇ ਆਦਿ ਕਾਲ ਤੋਂ ਚੱਲ ਰਿਹਾ ਹੈ। ਜਦ ਜਦ ਪੁੰਨਿਆਂ ਦੀ ਰਾਤ ਚੱਲੀ ਆ ਰਹੀ ਹੈ, ਮੱਸਿਆ ਦੀ ਰਾਤ ਵੀ ਨਾਲ ਹੀ ਚੱਲੀ ਆ ਰਹੀ ਹੈ। ਨੇਕੀਆਂ ਦੇ ਨਾਲ ਬਦੀਆਂ ਚੱਲੀਆਂ ਆ ਰਹੀਆਂ ਨੇ। ਜਦ ਅਸ਼ੋਕ ਵਾਟਿਕਾ ਵਿੱਚੋਂ ਧੋਖੇ ਦੇ ਨਾਲ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ ਹੋਵੇਗਾ ਤੇ ਤਨਹਾਈ ਵਿੱਚ ਰੱਖਿਆ ਹੋਏਗਾ, ਤੇ ਲਿਹਾਜ਼ਾ ਘਰ ਘਰ ਇਹੀ ਚਰਚਾ ਹੋਈ ਹੋਏਗੀ ਕਿ ਜ਼ਮਾਨਾ ਬਹੁਤ ਬੁਰਾ ਆਇਆ ਹੈ, ਵਕਤ ਬਹੁਤ ਬਹੁਤ ਬੁਰਾ ਆਇਆ ਹੈ। ਦੁਰਯੋਧਨ ਨੇ ਦੁਸ਼ਾਸਨ ਦੀ ਸਭਾ ਦੇ ਵਿੱਚ ਜਦ ਦ੍ਰੋਪਦੀ ਨੂੰ ਨਗਨ ਕੀਤਾ ਜਾ ਰਿਹਾ ਹੋਣਾ ਹੈ, ਤਾਂ ਹਰ ਇੱਕ ਦੀ ਰਸਨਾ ਤੋਂ ਇਹ ਵਾਕ ਨਿਕਲੇ ਹੋਣੇ ਨੇ, ਵਕਤ ਬਹੁਤ ਬੁਰਾ ਹੈ, ਜ਼ਮਾਨਾ ਬਹੁਤ ਬੁਰਾ ਹੈ। ਮਤਰੇਈ ਮਾਂ ਨੇ ਪਿਤਾ ਦੀ ਗੋਦ ਵਿੱਚੋਂ ਬੈਠੇ ਧਰੂ ਨੂੰ ਪਰਾਂ ਸੁੱਟਿਆ ਹੋਣਾ ਹੈ। ਅਕਸਬਾਰ ਨੇਤਰਾਂ ਦੇ ਨਾਲ ਲੋਕਾਂ ਨੇ ਆਖਿਆ ਹੋਣਾ ਹੈ, ਜ਼ਮਾਨਾ ਬਹੁਤ ਬੁਰਾ ਆਇਆ ਹੈ। ਜਦ ਪਿਤਾ ਨੇ ਆਪਣੇ ਪੁੱਤਰ ਪ੍ਰਹਲਾਦ ਨੂੰ ਭੁੱਖਾ ਰੱਖਿਆ ਹੋਣਾ ਹੈ, ਪਿਆਸਾ ਰੱਖਿਆ ਹੋਣਾ ਹੈ, ਤਪਦੇ ਹੋਏ ਥੰਮ ਦੇ ਨਾਲ ਬੰਨਣ ਦੀ ਕੋਸ਼ਿਸ਼ ਕੀਤੀ ਹੋਣੀ ਹੈ। ਐਸੀ ਕਿਹੜੀ ਜ਼ੁਬਾਨ ਹੈ ਜਿਸ ਨੇ ਇਹ ਨਾ ਆਖਿਆ ਹੋਏ, ਜ਼ਮਾਨਾ ਬੁਰਾ ਆਇਆ ਹੈ, ਵਕਤ ਬੁਰਾ ਹੈ। ਤੇ ਜਦ ਗੁਰੂ ਨਾਨਕ ਜੈਸੀ ਅਜੀਮ ਸ਼ਖਸੀਅਤ ਨੂੰ, ਰਹਿਬਰੀ ਪੁਰਸ਼ ਨੂੰ ਕੁਛ ਇੱਕ ਨੇ ਭੂਤ ਨਾ ਬੇਤਾਲਾ ਆਖਿਆ ਹੋਵੇਗਾ, ਪੱਥਰ ਮਾਰੇ ਹੋਣਗੇ, ਐਸਾ ਕਿਹੜਾ ਸਿਆਣਾ ਹਿਰਦਿਆ ਹੋਵੇਗਾ ਜੋ ਰੋਇਆ ਨਾ ਹੋਵੇਗਾ, ਜਿਸ ਨੇ ਇਹ ਨਾ ਆਖਿਆ ਹੋਏ, ਵਕਤ ਬਹੁਤ ਬੁਰਾ ਆਇਆ ਹੈ। ਜਦ ਠਾਰ ਦੇਣ ਵਾਲੇ ਨੂੰ, ਸ਼ੀਤਲਤਾ ਦੇਣ ਵਾਲੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਹੋਣਾ ਹੈ, ਉਦੋਂ ਵੀ ਇਹੀ ਬੋਲ ਜ਼ੁਬਾਨ ਚੋਂ ਨਿਕਲੇ ਹੋਣੇ ਨੇ। ਜਦ 2 ਮਾਸੂਮ ਜਿੰਦਾਂ ਨੂੰ ਦੀਵਾਰਾਂ ਵਿੱਚ ਚਿਣਵਾ ਦਿੱਤਾ ਹੋਣਾ ਹੈ, ਆਖਰ ਬੋਲ ਤੇ ਇਹੀ ਨਿਕਲੇ ਹੋਣੇ ਨੇ, ਜ਼ਮਾਨਾ ਬਹੁਤ ਬੁਰਾ ਆਇਆ ਹੈ। ਜਦ ਤਿਆਗ ਤੇ ਵਿਰਾਗ ਦੀ ਮੂਰਤੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਹੋਣਾ, ਤਾਂ ਹਰ ਇੱਕ ਦੀ ਰਸਨਾ ਤੋਂ ਇਹੀ ਬੋਲ ਨਿਕਲੇ ਹੋਣੇ ਨੇ, ਵਕਤ ਬਹੁਤ ਬੁਰਾ ਆਇਆ ਹੈ। ਦਰਅਸਲ ਜਦੋਂ ਦਾ ਦਿਨ ਹੈ ਉਦੋਂ ਦੀ ਰਾਤ ਹੈ, ਜਦੋਂ ਦੀਆਂ ਨੇਕੀਆਂ ਨੇ ਉਦੋਂ ਦੀਆਂ ਬਦੀਆਂ ਨੇ, ਜਦੋਂ ਦਾ ਜਨਮ ਹੈ ਉਦੋਂ ਦਾ ਮਰਨ ਹੈ। ਇਹ ਇਕੱਠੇ ਚਲੇ ਆ ਰਹੇ ਨੇ। ਇਸ ਵਾਸਤੇ ਅਗਲੀਆਂ 2 ਪੌੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਦਰਤ ਦੀ ਵਿਚਾਰ ਵਿੱਚ 2 ਲਹਿਰਾਂ ਦਾ ਜ਼ਿਕਰ ਕੀਤਾ ਹੈ। ਇਹ 2 ਧਾਰਾਵਾਂ ਜੋ ਵਗ ਰਹੀਆਂ ਨੇ, ਨੇਕੀ ਦੀ ਧਾਰਾ, ਬਦੀ ਦੀ ਧਾਰਾ, ਇਸ ਦਾ ਸਤਿਗੁਰੂ ਦੇਵ ਜੀ ਮਹਾਰਾਜ ਜ਼ਿਕਰ ਕਰ ਰਹੇ ਨੇ। ਨੇਕੀ ਦੀ ਧਾਰਾ ਵਿੱਚ ਕਿਹੜਾ ਜਲ ਵਗ ਰਿਹਾ ਹੈ? ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਅਸੰਖ ਜਪ ਅਸੰਖ ਪਾਓ। ਅਸੰਖ ਹੀ ਜਪੀਸਰ ਨੇ, ਜਪ ਕਰਨ ਵਾਲੇ ਨੇ। ਅਸੰਖ ਹਿੰਦਸਾ ਨਹੀਂ ਹੈ ਜਿਵੇਂ 1 2 3 ਹੁੰਦਾ ਹੈ। ਅਸੰਖ ਦਾ ਮਤਲਬ ਹੈ ਸੰਖਿਆ ਵਿੱਚ ਨਾ ਆਵੇ। ਅਸੰਖ ਜੋ ਗਿਣਤੀ ਵਿੱਚ ਨਹੀਂ ਆਉਂਦੇ, ਜਿਹਦੀ ਸੰਖਿਆ ਨਹੀਂ ਹੋ ਸਕਦੀ, ਗਿਣਤੀ ਨਹੀਂ ਹੋ ਸਕਦੀ। ਤੋ ਅਨੰਤ ਤਰ੍ਹਾਂ ਦੇ ਜਪ ਨੇ, ਇੱਕ ਤਰ੍ਹਾਂ ਦਾ ਜਪ ਨਹੀਂ। ਤੇ ਅਨੇਕਾਂ ਹੀ ਜਪੀਸ਼ਰ ਨੇ, ਅਨੇਕਾਂ ਹੀ ਅਨੰਤ ਭਾਵ ਪੂਰਨ ਮਨੁੱਖ ਵੀ ਨੇ। ਅਸੰਖ ਜਪ ਅਸੰਖ ਭਾਵ ਵੀ ਕਹਿ ਨਾਲ, ਭਾਵਨਾ ਵਿੱਚ ਜੀਣ ਵਾਲੇ ਭਾਵ ਪ੍ਰਧਾਨ। ਜਪ ਦੇ ਭਾਵ ਨੂੰ ਨੇਕੀਆਂ ਵਿੱਚ ਗੁਰੂ ਨਾਨਕ ਮਹਾਰਾਜ ਨੇ ਸ਼ਿਰਮੋਰ ਰੱਖਿਆ। ਤਮਾਮ ਨੇਕੀਆਂ ਦਾ ਜਨਮ ਜਪ ਤੋਂ ਹੈ, ਭਾਵ ਤੋਂ ਹੈ। ਮਨੁੱਖੀ ਬੱਚਾ ਜਮਾਂਦਰੂ ਹੀ ਇਹ ਲੈ ਕੇ ਆਉਂਦਾ ਹੈ। ਭਾਵ ਦਾ ਸਦਕਾ ਇਹ ਪਰਿਵਾਰ ਨਾਲ, ਮਾਂ-ਬਾਪ ਨਾਲ ਸੰਬੰਧ ਜੋੜਦਾ ਹੈ। ਅਗਰ ਇਸ ਭਾਵ ਦਾ ਸਹੀ ਢੰਗ ਨਾਲ ਵਿਕਾਸ ਹੋ ਸਕੇ, ਤਾਂ ਫਿਰ ਐਸੇ ਭਾਵ ਦਾ ਸਦਕਾ ਪਰਮਾਤਮਾ ਨਾਲ ਸੰਬੰਧ ਜੁੜ ਸਕਦਾ ਹੈ। ਸਹਿਜੇ ਸਹਿਜੇ ਸੰਸਾਰ ਵਿੱਚ
ਇਹ ਭਾਵ ਛੀਣ ਹੋ ਜਾਂਦਾ ਹੈ। ਇਸ ਵਾਸਤੇ ਸਤਸੰਗ ਦੀ ਮਹਿਮਾ ਹੈ ਕਿ ਇਹ ਭਾਵ ਵਿਕਸਿਤ ਹੋਵੇ, ਮਹਾਨ ਹੋਵੇ, ਤਾਂ ਕਿ ਅਕਾਲ ਪੁਰਖ ਨਾਲ ਸੰਬੰਧ ਜੁੜੇ। ਸਾਧ ਸੰਗਤ ਬਿਨ ਭਾਵ ਨਾ ਉਪਜੇ, ਭਾਵ ਬਿਨਾ ਭਗਤ ਨਾ ਹੋਏ ਤੇਰੀ। ਭਗਤ ਤੋਂ ਮੁਰਾਦ ਇਤਨੀ ਹੈ ਜਿੱਥੇ ਭਾਵ ਅੰਕਿਤ ਹੋ ਜਾਏ, ਭਾਵ ਪ੍ਰਗਟ ਹੋ ਜਾਏ। ਤੋ ਅਨੰਤ ਜਪੀਸ਼ਰ ਨੇ ਔਰ ਅਨੰਤ ਤਰ੍ਹਾਂ ਦੇ ਜਾਪ ਨੇ, ਬੇਸ਼ੁਮਾਰ ਭਾਵਪੁਰ ਮਨੁੱਖ ਨੇ, ਭਾਵਨਾ ਵਿੱਚ ਜੀਣ ਵਾਲੇ ਨੇ, ਜਿਨ੍ਹਾਂ ਨੇ ਜਗਤ ਨਾਲ ਸੰਬੰਧ ਜੋੜਿਆ, ਜਿਨ੍ਹਾਂ ਨੇ ਜਗਤ ਦੇ ਕਰਤੇ ਨਾਲ ਸੰਬੰਧ ਜੋੜਿਆ ਹੈ। ਅਸੰਖ ਪੂਜਾ ਅਸੰਖ ਤਪਤੋ, ਬੇਸ਼ੁਮਾਰ ਤਰ੍ਹਾਂ ਦੀ ਪੂਜਾ ਹੈ, ਇੱਕ ਤਰ੍ਹਾਂ ਦੀ ਨਹੀਂ, ਹਰ ਸੰਪਰਦਾ ਦੀ, ਹਰ ਮਜ਼ਹਬ ਦੀ, ਬਲਕਿ ਹਰ ਮਨੁੱਖ ਦੀ ਆਪਣੇ ਆਪਣੇ ਢੰਗ ਦੀ ਪੂਜਾ ਹੈ। ਕੋਈ ਕਰੋੜਾਂ ਦੀ ਸੰਪਦਾ ਅੱਗੇ ਰੱਖ ਕੇ ਪੂਜਾ ਕਰਦਾ ਪਿਆ ਹੈ, ਕੋਈ ਇੱਕ ਪੁਸ਼ਪ ਫੁੱਲ ਅੱਗੇ ਰੱਖ ਕੇ ਪੂਜਾ ਕਰਦਾ ਪਿਆ ਹੈ, ਤੇ ਕੋਈ ਸਿਰਫ ਹਿਰਦੇ ਦਾ ਭਾਵ ਅੱਗੇ ਰੱਖ ਕੇ ਹੀ ਪੂਜਾ ਕਰ ਰਿਹਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਵਨੀ ਭਗਤ ਭਾਏ ਕੋਡੀ ਅਗਰ ਭਾਗ ਰਾਖੇ, ਤਾਹੇ ਤੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਅੱਗੋਂ ਜੋ ਕੁਝ ਰੱਖਣਾ ਹੈ ਉਹਦੀ ਮਹਾਨਤਾ ਨਹੀਂ, ਮਹਾਨਤਾ ਭਾਵ ਦੀ ਹੈ, ਭਾਵ ਕਿਤਨਾ ਵੱਡਾ ਹੈ। ਤੇ ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ, ਅਨੇਕ ਤਰ੍ਹਾਂ ਦੀ ਪੂਜਾ ਹੈ, ਅਨੰਤ ਤਰ੍ਹਾਂ ਦੀ ਹੈ, ਅਨੰਤ ਤਰ੍ਹਾਂ ਦੇ ਤਪ ਨੇ। ਅੰਮ੍ਰਿਤ ਵੇਲੇ ਉੱਠਣਾ ਤਪ ਹੈ, ਮੂਲ ਮੰਤਰ ਗੁਰੂ ਮੰਤਰ ਦਾ ਜਾਪ ਕਰਨਾ ਤਪ ਹੈ, ਜੋਗੀਆਂ ਲਈ ਧੂਣੇ ਤਪਾ ਕੇ ਬੈਠਣਾ, ਧੁੱਪ ਵਿੱਚ ਬੈਠਣਾ ਤਪ ਹੈ, ਜਤੀ ਹੋਣ ਦੀ ਕਿਰਿਆ ਦੀ ਸਾਧਨਾ ਕਰਨੀ ਤਪ ਹੈ, ਆਪਣੀ ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ ਤਪ ਹੈ, ਆਪਣੇ ਮਨ ਨੂੰ ਕਾਬੂ ਵਿੱਚ ਰੱਖਣਾ ਤਪ ਹੈ। ਤੋਂ ਸਾਹਿਬ ਕਹਿੰਦੇ ਨੇ, ਅਨੰਤ ਤਪੀਸ਼ਵਰ ਨੇ ਤੇ ਅਨੰਤ ਤਰ੍ਹਾਂ ਦਾ ਤਪ ਹੋ ਰਿਹਾ ਹੈ। ਇੱਕ ਤਰ੍ਹਾਂ ਦਾ ਤਪ ਨਹੀਂ, ਕਈ ਤਰ੍ਹਾਂ ਦਾ ਤਪ ਹੈ, ਜਿਹਦੇ ਨਾਲ ਮਨੁੱਖ ਆਪਣੇ ਆਪ ਨੂੰ ਕਾਬੂ ਰੱਖਣ ਦੀ ਕੋਸ਼ਿਸ਼ ਕਰਦੇ ਨੇ, ਤੇ ਬੇਸ਼ੁਮਾਰ ਤਪੀਸ਼ਵਰ ਨੇ। ਅੱਗੇ ਕਹਿੰਦੇ ਨੇ, ਅਸੰਖ ਗ੍ਰੰਥ ਮੁਖ ਵੇਦ ਪਾਠ, ਧਰਮ ਗ੍ਰੰਥ ਇੱਕ ਨਹੀਂ ਅਨੰਤ ਨੇ। ਜੁਗੋ ਜੁਗ ਪ੍ਰਭੂ ਦੀ ਕਲਾਮ ਨੂੰ, ਪ੍ਰਭੂ ਦੀ ਬਾਣੀ ਭਗਤਾਂ ਦੇ ਹਿਰਦੇ ਵਿੱਚ ਪ੍ਰਗਟ ਹੁੰਦੀ ਰਹੀ ਹੈ। ਖਸਮ ਦਾ ਕਲਾਮ ਅਨੰਤ ਕਾਲ ਤੋਂ ਭਗਤ ਦੇ ਅੰਦਰ ਅੰਤਰ ਆਤਮੇ ਚੋਂ ਬਾਹਰ ਆਉਂਦਾ ਰਿਹਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਇੱਕ ਗ੍ਰੰਥ ਨਹੀਂ, ਅਨੇਕਾਂ ਗ੍ਰੰਥ ਨੇ, ਬੇਸ਼ੁਮਾਰ ਗ੍ਰੰਥ ਨੇ। ਸਿਰਫ ਇੱਕ ਪ੍ਰਿਥਵੀ ਨੂੰ ਹੀ ਲਈਏ, ਆਪਣੀ ਪ੍ਰਿਥਵੀ ਨੂੰ ਲਈਏ, ਇੱਥੇ 27 ਸਿਮਰਤੀਆਂ ਨੇ, 18 ਪੁਰਾਣ ਨੇ, 6 ਸ਼ਾਸਤਰ ਨੇ, 4 ਵੇਦ ਨੇ, 108 ਉਪਨਿਸ਼ਦਾਂ ਨੇ, ਔਰ ਇਸ ਪ੍ਰਿਥਵੀ ਵਿੱਚ ਹੋਰ ਬੜੇ ਗ੍ਰੰਥ ਨੇ, ਜਿਵੇਂ ਤੋਰੇਤ ਹੈ, ਅੰਜੀਲ ਹੈ, ਬਾਈਬਲ ਹੈ, ਕੁਰਾਨ ਹੈ। ਫਿਰ ਗ੍ਰੰਥਾਂ ਸਿਰਮੌਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਫਿਰ ਇਹਨਾਂ ਗ੍ਰੰਥਾਂ ਦੇ ਲਿਖੇ ਟੀਕੇ ਨੇ, ਭਗਤਾਂ ਦੀ ਬਾਣੀ ਹੈ, ਭਗਤ ਦੇ ਆਪਣੇ ਬੋਲ ਨੇ, ਛੋਟੇ ਛੋਟੇ ਗੁਟਕੇ ਨੇ, ਗ੍ਰੰਥ ਨੇ, ਤੇ ਗਿਣਨ ਲੱਗੀਏ ਤੇ ਪਸਾਰਾ ਇੱਕ ਪ੍ਰਿਥਵੀ ਦਾ ਹੀ ਅਨੰਤ ਬਣ ਜਾਂਦਾ ਹੈ। ਅਸੰਖ ਗ੍ਰੰਥ ਜੋ ਗਿਣੇ ਨਹੀਂ ਜਾ ਸਕਦੇ। ਫਿਰ ਅੱਗੇ ਕਹਿੰਦੇ ਨੇ ਮਹਾਰਾਜ, ਮੁੱਖ ਵੇਦ ਪਾਠ, ਅਸੰਖਾ ਹੀ ਐਸੇ ਮੁੱਖ ਨੇ ਜਿਨ੍ਹਾਂ ਦੀ ਰਸਨਾ ਤੋਂ, ਮੁੱਖ ਤੋਂ ਵਿਦਿਆ ਦਾ ਪਾਠ, ਵੇਦਾਂ ਦਾ ਪਾਠ ਜਾਰੀ ਹੈ, ਜੋ ਗਿਆਨ ਦੀ ਚਰਚਾ ਕਰ ਰਹੇ ਨੇ, ਜੋ ਪ੍ਰਭੂ ਦੀ ਚਰਚਾ ਕਰ ਰਹੇ ਨੇ। ਫਿਰ ਅੱਗੇ ਕਹਿੰਦੇ ਨੇ, ਅਸੰਖ ਜੋਗ ਮਨ ਰਹੇ ਉਦਾਸ, ਅਨੰਤ ਨੇ ਉਹ ਜੋ ਯੋਗ ਸਾਧਨਾ ਕਰ ਰਹੇ ਨੇ। ਯੋਗ ਦਾ ਮਤਲਬ ਕੀ ਹੁੰਦਾ ਹੈ? ਜੁੜਨ ਦੀ ਸਾਧਨਾ, ਜੋ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ। ਐਸੇ ਜੋਗੀ ਇੱਕ ਨਹੀਂ ਅਨੰਤ ਨੇ, ਔਰ ਅਨੰਤ ਨੇ ਉਹ ਜੋ ਮਨ ਰਹੇ ਉਦਾਸ, ਮਨ ਦੇ ਵਿੱਚ ਉਪਰਾਮ ਰਹਿੰਦੇ ਨੇ, ਉਦਾਸ ਰਹਿੰਦੇ ਨੇ। ਦਰਅਸਲ ਜੋਗੀ ਦਾ ਜਨਮ ਹੀ ਉਦਾਸ ਤੋਂ ਹੈ, ਧਰਮ ਦਾ ਜਨਮ ਹੀ ਉਦਾਸ ਤੋਂ ਹੈ, ਪਰਮਾਤਮਾ ਦਾ ਮਿਲਨ ਹੀ ਉਦਾਸ ਤੋਂ ਹੈ। ਜੋ ਸੰਸਾਰ ਤੋਂ ਉਦਾਸ ਨਹੀਂ ਹੋਇਆ, ਉਹ ਪਰਮਾਤਮਾ ਦੀ ਆਸ਼ਾ ਵੀ ਨਹੀਂ ਰੱਖ ਸਕਦਾ। ਜੋ ਸੰਸਾਰ ਤੋਂ ਉਪਰਾਮ ਨਹੀਂ ਹੋਇਆ, ਉਹ ਪ੍ਰਭੂ ਦੀ ਲਗਨ ਨਾਲ ਚਰਚਾ ਵੀ ਨਹੀਂ ਕਰ ਸਕਦਾ, ਜਪ ਵੀ ਨਹੀਂ ਕਰ ਸਕਦਾ। ਧਰਮ ਦੀ ਸਾਧਨਾ ਸਤਸੰਗ ਮਹਿਜ ਇਸ ਵਾਸਤੇ ਹੈ ਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਸੰਸਾਰ ਤੋਂ ਉੱਚਾ ਉੱਠੇ, ਪਰਮਾਤਮਾ ਦੀ ਇਤਨੀ ਵੱਡੀ ਮਹਿਮਾ ਸਾਹਮਣੇ ਰੱਖੀ ਜਾਏ ਕਿ ਸੰਸਾਰ ਤੁੱਛ ਸਾਬਿਤ ਹੋ ਜਾਏ, ਸੰਸਾਰ ਛੋਟਾ ਸਾਬਿਤ ਹੋ ਜਾਏ, ਨਿਰੰਕਾਰ ਵੱਡਾ ਸਾਬਿਤ ਹੋ ਜਾਏ। ਲਿਹਾਜ਼ਾ ਇਹ ਸੰਸਾਰ ਤੋਂ ਉਦਾਸ ਹੋਵੇ, ਉਪਰਾਮ ਹੋਵੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਤੇ ਸੁਪੁੱਤਰ ਬਾਬਾ ਸ਼੍ਰੀ ਚੰਦ ਨੇ ਤੇ ਜ਼ਮੀਨ ਦੇ ਉੱਤੇ ਬਕਾਇਦਾ ਐਸਾ ਪੰਥ ਚਲਾਇਆ ਜਿਸ ਪੰਥ ਦਾ ਨਾਂ ਉਦਾਸੀ ਸੰਪਰਦਾ ਪੈ ਗਿਆ। ਉਦਾਸੀਨ ਮਹਾਤਮਾ ਅੱਜ ਵੀ ਸਾਡੇ ਦੇਸ਼ ਵਿੱਚ ਥਾਂ ਥਾਂ ਰਟਨ ਕਰਦੇ ਨੇ, ਤੇ ਇਹ ਮਹਾਨ ਵਿਦਵਾਨ ਸੰਤ ਕਾਫੀ ਸਮੇਂ ਤੋਂ ਦੇਸ਼ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ ਨੇ। ਇਸ ਪੰਥ ਦੇ ਜਨਮਦਾਤੇ ਨੇ ਉਦਾਸ ਚਰਮੋਰ ਬਾਬਾ ਸ਼੍ਰੀ ਚੰਦ। ਜੰਗਲਾਂ 'ਚ ਰਹਿਣਾ, ਰੁੱਖ ਥੱਲੇ ਬੈਠੇ ਰਹਿਣਾ, ਗ੍ਰਸਤ ਤੋਂ ਕਿਨਾਰਾ ਕਸ਼ੀ, ਸੰਸਾਰ ਤੋਂ ਕਿਨਾਰਾ ਕਸ਼ੀ, ਬਾਬਾ ਸ਼੍ਰੀ ਚੰਦ ਜੀ ਦਾ ਇਹ ਮੁੱਖ ਭਾਵ ਸੀ। ਲੇਕਿਨ ਭਗਤ ਕਬੀਰ ਕਹਿੰਦੇ ਨੇ, ਜੋ ਗ੍ਰਸਥੀ ਵੀ ਹੈ, ਬਾਲ ਬੱਚੇ ਵੀ ਨੇ, ਕਿਰਤ ਵੀ ਕਰਦਾ ਹੈ, ਸਾਰਾ ਦਿਨ ਧੰਦਾ ਵੀ ਕਰਦਾ ਹੈ, ਤੇ ਉਹ ਉਦਾਸ ਹੈ, ਉਪਰਾਮ ਹੈ। ਐਸੇ ਉਦਾਸੀ ਹੈ, ਮੈਂ ਉਸ ਦਾ ਦਾਸ ਹਾਂ, ਨਿਮਾਣਾ ਸੇਵਕ ਹਾਂ। ਕਬੀਰ ਦਾਸ ਕਹਿੰਦੇ ਨੇ, ਮਾਇਆ ਮੇ ਜਿਸ ਰਖੇ ਉਦਾਸ, ਕਹਿਤ ਕਬੀਰ ਹੋ
ਤਾਕੋ ਦਾਸ। ਸਤਿਗੁਰ ਦੇਵ ਜੀ ਦਾ ਫਰਮਾਨ, ਅਨੰਤ ਨੇ ਉਹ ਪੁਰਸ਼ ਜੋ ਮਨ ਦੇ ਵਿੱਚ ਉਪਰਾਮ ਰਹਿੰਦੇ ਨੇ, ਉਦਾਸ ਰਹਿੰਦੇ ਨੇ। ਧਰਮ ਦਾ ਪਹਿਲਾ ਕਦਮ ਹੀ ਹੈ ਸੰਸਾਰ ਤੋਂ ਉਦਾਸ ਰਹਿਣਾ। ਸਾਹਿਬ ਕਹਿੰਦੇ ਨੇ, ਰਹੇ ਇਕਾਂਤ ਏਕੋ ਮਨ ਬਸਿਆ, ਆਸ਼ਾ ਮਾਹੇ ਨਿਰਾਸ਼ੋ। ਆਸ਼ਾ ਮਾਹੇ ਨਿਰਾਸ਼ੇ ਦਾ ਕੀ ਮਤਲਬ ਹੈ? ਪੁੱਤਰ ਦੀ ਆਸ਼ਾ ਵੀ ਹੈ, ਪ੍ਰਾਪਤ ਹੋ ਜਾਏ, ਨਾ ਹੋਵੇ ਕੋਈ ਤੜਫ ਨਹੀਂ। ਧਨ ਦੀ ਆਸ਼ਾ ਹੈ, ਮਿਲ ਗਿਆ ਹੈ, ਪ੍ਰਭੂ ਦਾ ਧੰਨਵਾਦ। ਨਹੀਂ ਮਿਲਿਆ ਤਾਂ ਵੀ ਸ਼ੁਕਰਾਨਾ। ਮਾਨ ਪ੍ਰਤਿਸ਼ਠਾ ਮਿਲ ਗਈ ਹੈ, ਠੀਕ ਹੈ, ਨਹੀਂ ਮਿਲੀ ਤਾਂ ਵੀ ਠੀਕ ਹੈ। ਇਸ ਅਵਸਥਾ ਨੂੰ ਕਹਿੰਦੇ ਨੇ ਆਸ਼ਾ ਵਿੱਚ ਨਿਰਾਸ਼ ਰਹਿਣਾ, ਉਦਾਸ ਰਹਿਣਾ। ਇਸੇ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜੰਗਲ ਵਿੱਚ ਰਹਿ ਕੇ ਵੀ ਅਗਰ ਕੋਈ ਮਨੁੱਖ ਜਗਤ ਤੋਂ ਉਪਰਾਮ ਨਹੀਂ ਹੋਇਆ, ਉਦਾਸੀ ਨਹੀਂ, ਤੇ ਫਿਰ ਤੇ ਘਰ ਵਿੱਚ ਰਹਿੰਦਿਆਂ ਹੋਇਆ ਜੋ ਸੰਸਾਰ ਤੋਂ ਉਦਾਸੀ ਹੈ, ਉਪਰਾਮ ਹੋ ਗਿਆ ਹੈ, ਤੇ ਉਹ ਸਹੀ ਮਾਇਨੇ ਦਾ ਉਪਰਾਮ ਹੋਇਆ, ਉਦਾਸੀ ਹੈ। ਇਸ ਤਰ੍ਹਾਂ ਦੇ ਉਪਰਾਮ ਤੇ ਉਦਾਸ ਰਹਿਣ ਵਾਲੇ ਅਨੰਤ ਨੇ, ਗਿਣਤੀ ਤੋਂ ਪਰੇ ਨੇ। ਅਸੰਖ, ਅੱਗੇ ਕਹਿੰਦੇ ਨੇ, ਅਸੰਖ ਭਗਤ ਗੁਣ ਗਿਆਨ ਵਿਚਾਰ। ਭਗਤ ਵੀ ਇੱਕ ਨਹੀਂ, ਭਗਤ ਹਰ ਦੇਸ਼ ਵਿੱਚ ਪੈਦਾ ਹੋਏ ਨੇ, ਹਰ ਕੁਲ ਵਿੱਚ ਪੈਦਾ ਹੋਏ ਨੇ, ਹਰ ਮਜ਼ਹਬ ਵਿੱਚ ਪੈਦਾ ਹੋਏ ਨੇ, ਹਰ ਥਾਂ ਤੇ ਪੈਦਾ ਹੋਏ ਨੇ। ਗੰਨੇ ਦਾ ਪੌਦਾ ਅਗਰ ਇੱਕ ਦੇਸ਼ ਵਿੱਚ ਲਾਈਏ ਤਾਂ ਜ਼ਮੀਨ ਵਿੱਚੋਂ ਮਿਠਾਸ ਕੱਢਦਾ ਹੈ, ਪਰ ਦੂਸਰੇ ਦੇਸ਼ ਵਿੱਚ ਵੀ ਲਾਈਏ ਤਾਂ ਵੀ ਮਿਠਾਸ ਹੀ ਕੱਢਦਾ ਹੈ। ਕਿਸੇ ਵੀ ਦੇਸ਼, ਪ੍ਰਿਥਵੀ ਦੇ ਕਿਸੇ ਵੀ ਹਿੱਸੇ ਵਿੱਚ ਬੈਠ ਕੇ ਪ੍ਰਭੂ ਦਾ ਨਾਮ ਜਪਿਆ ਜਾ ਸਕਦਾ ਹੈ। ਜੀਵਨ ਦੀ ਮਿਠਾਸ ਦਾ ਆਨੰਦ ਮਾਣ ਸਕਦਾ ਹੈ ਬੰਦਾ, ਰੱਬੀ ਨਾਮ ਦਾ ਸਵਾਦ ਮਾਣ ਸਕਦਾ ਹੈ। ਇਸ ਵਾਸਤੇ ਹਰ ਦੇਸ਼, ਹਰ ਸਮੇਂ, ਹਰ ਕੁਲ ਵਿੱਚ ਭਗਤ ਹੋਏ ਨੇ। ਜਿਵੇਂ ਕਿਹਾ ਵੀ ਹੈ, ਹਰ ਜੁਗ ਜੁਗ ਭਗਤ ਉਪਾਇਆ, ਪੈਂਜ ਰੱਖਦਾ ਆਇਆ ਰਾਮ ਰਾਜੇ। ਅਨੰਤ ਭਗਤ ਨੇ। ਮਹਾਰਾਜ ਕਹਿੰਦੇ ਨੇ, ਭਗਤਾਂ ਦੀ ਮੈਂ ਗਿਣਤੀ ਨਹੀਂ ਕਰ ਸਕਦਾ, ਬੇਸ਼ੁਮਾਰ ਨੇ। ਫਿਰ ਅੱਗੇ ਕਹਿੰਦੇ ਨੇ, ਗੁਣ ਗਿਆਨ ਵਿਚਾਰ। ਔਰ ਐਸੇ ਅਨੰਤ ਨੇ ਜੋ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦੇ ਨੇ, ਗਿਆਨੀ ਨੇ, ਦਾਰਸ਼ਨਿਕ ਨੇ, ਫਿਲੋਸਫਰ ਨੇ, ਗਹਿਰੇ ਤਲ ਦੀ ਦ੍ਰਿਸ਼ਟੀ ਰੱਖਦੇ ਨੇ, ਜੀਵਨ ਨੂੰ ਗਹਿਰਾਈ ਵਿੱਚ ਦੇਖਦੇ ਨੇ, ਸੰਸਾਰ ਨੂੰ ਗਹਿਰਾਈ ਵਿੱਚ ਵੇਖਦੇ ਨੇ, ਔਰ ਨਿਰੰਕਾਰ ਦਾ ਫਿਰ ਚਿੰਤਨ ਕਰਦੇ ਨੇ। ਸਾਹਿਬ ਕਹਿੰਦੇ ਨੇ, ਇਸ ਤਰ੍ਹਾਂ ਦੇ ਗਿਆਨੀ ਵੀ ਅਨੰਤ ਨੇ, ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦੇ ਰਹਿੰਦੇ ਨੇ। ਉਹ ਗਹਿਰੇ ਤਲ ਵਿੱਚ ਜਾਂਦੇ ਨੇ, ਗਹਿਰਾਈ ਵਿੱਚ ਦੇਖਦੇ ਨੇ, ਤਾਂ ਹੀ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਨਾ ਕਿ ਪ੍ਰਭੂ ਦੇ ਕਿਹੜੇ ਕਿਹੜੇ ਗੁਣ ਨੇ। ਇਸੇ ਤੋਂ ਪ੍ਰਮਾਤਮਾ ਦੇ ਗੁਣਾਂ ਦਾ ਪਤਾ ਚੱਲਦਾ ਹੈ ਕਿ ਉਹ ਗੋਪਾਲ ਹੈ, ਸ੍ਰਿਸ਼ਟੀ ਦਾ ਪਾਲਣ ਕਰ ਰਿਹਾ ਹੈ। ਵਿਚਾਰ ਤੋਂ ਪਤਾ ਚੱਲਿਆ ਕਿ ਉਹ ਰਹਿਮਦਿਲ ਹੈ, ਦਿਆਲੂ ਹੈ, ਬਖਸ਼ਿੰਦ ਹੈ। ਵਿਚਾਰ ਕਰਦਿਆਂ ਕਰਦਿਆਂ ਪਤਾ ਚੱਲਿਆ ਉਹ ਰਮਿਆ ਹੋਇਆ ਹੈ, ਰਾਮ ਹੈ। ਵਿਚਾਰ ਕਰਦਿਆਂ ਕਰਦਿਆਂ ਪਤਾ ਚੱਲਿਆ ਉਹ ਮਧੂਸੂਦਨ ਹੈ, ਉਹ ਸੱਤ ਹੈ, ਉਹ ਸ਼ਿਵਮ ਹੈ, ਉਹ ਸੁੰਦਰਮ ਹੈ, ਅਤਿਅੰਤ ਸੁੰਦਰ ਹੈ। ਇਹ ਵੀ ਤਾਂ ਕਿਹਾ, ਸਤ ਸੁਹਾਨ ਸਦਾ ਮਨ ਚਾਓ। ਵਿਚਾਰ ਕਰਦਿਆਂ ਕਰਦਿਆਂ ਪ੍ਰਭੂ ਦੇ ਗੁਣ ਸਾਹਮਣੇ ਆਏ। ਸਾਹਿਬ ਦਾ ਫਰਮਾਨ ਹੈ, ਅਨੰਤ ਭਗਤ ਨੇ, ਅਨੰਤ ਉਹ ਗੁਣੀ ਨੇ ਜੋ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਗਿਆਨ ਦੁਆਰਾ। ਫਿਰ ਅੱਗੇ ਕਹਿੰਦੇ ਨੇ, ਅਸੰਖ ਸਤੀ ਅਸੰਖ ਦਾਤਾਰ। ਬੇਸ਼ੁਮਾਰ ਨੇ ਐਸੇ ਜੋ ਸੱਤਵਾਦੀ ਨੇ। ਹਰ ਪਹਿਲੂ ਵਿੱਚ ਉਹਨਾਂ ਦੀ ਕੋਸ਼ਿਸ਼ ਕਿ ਬੋਲਣਾ ਸੱਚ ਹੋਵੇ, ਵੇਖਣਾ ਸੱਚ ਹੋਵੇ, ਸੁਣਨਾ ਸੱਚ ਹੋਵੇ, ਸੋਚਣਾ ਸੱਚ ਹੋਵੇ, ਕਦਮ ਸੱਚ ਦੇ ਮਾਰਗ ਤੇ ਚੱਲਣ, ਔਰ ਹੱਥ 'ਚ ਜੋ ਕਰਮ ਹੋਵੇ ਉਹਦੇ ਉੱਤੇ ਸੱਚ ਦੀ ਮੋਹਰ ਹੋਵੇ। ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਸਤੀ। ਸਾਹਿਬ ਦਾ ਫਰਮਾਨ, ਅਨੰਤ ਸਤੀ ਨੇ ਔਰ ਅਨੇਕਾਂ ਹੀ ਦਾਤੇ ਨੇ, ਗਿਣੇ ਨਹੀਂ ਜਾ ਸਕਦੇ। ਦਾਤ ਅਨੰਤ ਤਰ੍ਹਾਂ ਦੀ ਦੇਣ ਵਾਲੇ, ਅਨੇਕਾਂ ਹੀ ਦਾਤੇ। ਕੋਈ ਅੰਨ ਦੇ ਦਾਨੀ ਨੇ, ਕੋਈ ਧਨ ਦੇ ਨੇ, ਵਸਤਰਾਂ ਦੇ ਨੇ, ਜ਼ਮੀਨ ਦੇ ਨੇ, ਦਾਨ ਦਿੰਦੇ ਨੇ, ਕੋਈ ਜੀਵਨ ਦਾਨ ਦੇਣ ਵਾਲੇ ਨੇ। ਕਿਸੇ ਨੇ ਜੀਵਨ ਹੀ ਦਾਨ ਵਿੱਚ ਦੇ ਦਿੱਤਾ, ਕਿਸੇ ਨੇ ਪਰਿਵਾਰ ਹੀ ਦਾਨ ਵਿੱਚ ਦੇ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਨੇ ਸਰਬੰਸ ਦਾਨੀ, ਸਭ ਕੁਝ ਦਾਨ ਕਰ ਦਿੱਤਾ। ਦੇਸ਼ ਲਈ, ਕੌਮ ਲਈ, ਧਰਮ ਲਈ, ਸੱਚ ਲਈ, ਪ੍ਰਭੂ ਲਈ ਸਭ ਕੁਝ ਦਾਨ ਕੀਤਾ। ਪਿਤਾ ਦਾਨ ਕੀਤਾ, ਮਾਂ ਦਾਨ ਕੀਤੀ, ਪੁੱਤਰ, ਸਿੰਘ ਦਾਨ ਕੀਤੇ, ਧਨ ਸੰਪਦਾ, ਮਹਿਲ ਮਾੜੀਆਂ, ਸਭ ਕੁਝ ਦਾਨ ਕਰ ਦਿੱਤਾ। ਆਪਣੀ ਜ਼ਿੰਦਗੀ ਰਹਿ ਗਈ ਸੀ ਉਹ ਵੀ ਦਾਨ ਕਰ ਦਿੱਤੀ। ਸਰਬੰਸ ਦਾਨੀ, ਸਭ ਕੁਝ ਦੇ ਦਿੱਤਾ, ਬਦਲੇ ਵਿੱਚ ਕੁਝ ਵੀ ਨਹੀਂ ਮੰਗਿਆ। ਸਾਹਿਬ ਦਾ ਪ੍ਰਵਾਨ, ਅਨੇਕ ਦਾਤੇ ਨੇ। ਫਿਰ ਕਹਿੰਦੇ ਨੇ, ਅਸੰਖ ਸੁਰਮੂਹ ਪਖਸਾਰ। ਅਨੇਕ ਸੂਰਮੇ ਨੇ, ਸ਼ਸਤਰਾਂ ਦੀ ਮਾਰ ਆਪਣੇ ਮੁਖੜੇ ਤੇ ਸਹਾਰਦੇ ਨੇ, ਚੋਟ ਨੂੰ ਸਹਾਰ ਕੇ ਵੀ ਮੂੰਹ ਮੋੜਦੇ ਨਹੀਂ, ਸਹਾਰ ਲੈਂਦੇ ਨੇ। ਰੋਮ ਵਿੱਚ ਸ਼ਸਤਰ ਚੁੱਭੇ ਨੇ, ਖੂਨ ਦੀ ਧਾਰਾ ਵਗ ਰਹੀ ਹੈ, ਲੇਕਿਨ ਮੁੱਖ ਨਹੀਂ ਮੋੜਿਆ। ਸਾਹਿਬ ਕਹਿੰਦੇ ਨੇ, ਇਸ ਤਰ੍ਹਾਂ ਦੇ ਸੂਰਮੇ ਵੀ ਅਨੰਤ ਨੇ। ਨੇਕੀਆਂ ਦੀ ਇਸ ਧਾਰਾ ਵੀ ਸੂਰਮਿਆਂ ਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਵਕਾਇਦਾ ਗਿਣਿਆ ਹੈ। ਫਿਰ ਅੱਗੇ ਕਹਿੰਦੇ ਨੇ, ਅਸੰਖ ਮੌਨ ਲਿਵ ਲਾਏ ਤਾਰ। ਅਨੰਤ ਨੇ ਐਸੇ ਮੌਨੀ ਜੋ ਇੱਕ ਲਿਵ ਲਗਾਤਾਰ ਮੌਨ ਧਾਰਨ ਕਰਕੇ ਬੈਠੇ ਨੇ, ਚੁੱਪ ਹੀ ਬੈਠੇ ਨੇ, ਬੋਲਣਾ ਹੀ ਨਹੀਂ। ਆਮ ਵਿਚਾਰਕ ਲੋਕਾਂ ਦਾ ਇਹ ਮਤ ਰਿਹਾ ਹੈ ਕਿ ਬੋਲਣ ਦੇ ਨਾਲ ਮਨੁੱਖ ਦੀ ਤਾਕਤ ਜ਼ਿਆਦਾ ਖਾਰਜ ਹੁੰਦੀ ਹੈ, ਬੋਲਦਿਆਂ ਸ਼ਕਤੀ ਜ਼ਿਆਦਾ ਘਟਦੀ ਹੈ। ਬਾਕੀ ਇੰਦਰੀਆਂ ਕਰਕੇ ਬੋਲਣ ਨਾਲ ਸ਼ਕਤੀ ਇੰਦਰੀਆਂ ਦੀ ਜ਼ਿਆਦਾ ਨਿਕਲ ਜਾਂਦੀ ਹੈ। ਅੱਗੇ ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਨੇ,
ਉਹਨਾਂ ਦੀ ਇੱਕ ਰੁਬਾਈ ਹੈ, ਦਿਲ ਸਾਗਰ ਸਾਗਰ ਦੇ ਵਾਂਗਰ ਸੀ ਅਤ ਡੂੰਘਾ ਅੜਿਆ, ਗਿਆਨ ਵਿਚਾਰ ਸਿਦਕ ਦੇ ਮੋਤੀ ਪਾ ਦਾਤਾ ਨੇ ਕੜਿਆ, ਪਰ ਇਹ ਬਾਣ ਕੁਚੱਜੀ ਮੇਰੀ ਬਾਹਰ ਬੋਲ ਲੁਟਾਇਆ, ਜਪ ਤਪ ਦੀ ਖੱਟੀ ਨਾ ਖੱਟੀ ਖਾਲੀ ਪਿਰਦਰ ਖੜਿਆ। ਹੇ ਪ੍ਰਭੂ, ਤੂੰ ਮੇਰਾ ਦਿਲ ਸਾਗਰ ਦੀ ਤਰ੍ਹਾਂ ਮਹਾਨ ਬਣਾਇਆ, ਤੂੰ ਤੇ ਇਹਦੇ ਵਿੱਚ ਗਿਆਨ ਵਿਚਾਰ ਸਿਦਕ ਦੇ ਅਨੰਤ ਮੋਤੀ ਪਾ ਦਿੱਤੇ, ਪਰ ਮੈਂ ਬੋਲ ਬੋਲ ਕੇ ਸਭ ਲੁਟਾ ਦਿੱਤੇ। ਪ੍ਰਿੰਸੀਪਲ ਗੰਗਾ ਸਿੰਘ ਦਾ ਵੀ ਇਹ ਅਨੁਭਵ ਹੈ ਕਿ ਬੋਲ ਬੋਲ ਕੇ ਸ਼ਕਤੀ ਘਟਦੀ ਹੈ, ਜ਼ਿੰਦਗੀ ਦੇ ਕੀਮਤੀ ਰਤਨ ਬਾਹਰ ਨਿਕਲ ਜਾਂਦੇ ਨੇ। ਬੋਲਣ ਲੱਗਿਆਂ ਧਿਆਨ ਦੂਜੇ ਤੇ ਹੁੰਦਾ ਹੈ, ਆਪਣੇ ਤੇ ਨਹੀਂ ਹੁੰਦਾ। ਇਸ ਵਾਸਤੇ ਅਕਸਰ ਦੇਖਿਆ ਗਿਆ ਹੈ ਬਹੁਤੇ ਬੋਲਣ ਵਾਲੇ ਦਾ ਮਨ ਖਿੰਡਿਆ ਰਹਿੰਦਾ ਹੈ, ਕਿਉਂਕਿ ਧਿਆਨ ਹੀ ਦੂਸਰੀ ਥਾਂ ਤੇ ਹੈ, ਤੀਸਰੀ ਥਾਂ ਤੇ ਹੈ, ਚੌਥੇ ਥਾਂ ਤੇ ਹੈ। ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸ਼ਾਦੀ ਸਾਹਿਬ ਕਹਿੰਦੇ ਨੇ, ਜੋ ਘੱਟ ਬੋਲਦਾ ਹੈ, ਜਿਤਨਾ ਲੋੜ ਹੈ ਉਤਨਾ ਹੀ ਬੋਲਦਾ ਹੈ, ਐਸਾ ਮਨੁੱਖ ਕਿਸੇ ਮਹਿਫਿਲ ਵਿੱਚ ਖੱਜਲ ਖੁਆਰ ਨਹੀਂ ਹੁੰਦਾ, ਬੇਇੱਜ਼ਤ ਨਹੀਂ ਹੁੰਦਾ। ਆਪ ਕਹਿੰਦੇ ਨੇ, ਤੂੰ ਬੋਲਦਿਆਂ ਬੋਲਦਿਆਂ ਗੱਲਾਂ ਦਾ ਢੇਰ ਤਾਂ ਲਾ ਦੇਵੇ, ਉਸਾਰ ਦੇ, ਲੇਕਿਨ ਹੋਏ ਨਿਰੀ ਮਿੱਟੀ ਹੀ ਉਹ, ਕੁਝ ਵੀ ਨਹੀਂ ਹੋਵੇ। ਇੱਕ ਬੋਲ ਬੋਲ, ਇਸ ਤੋਂ ਚੰਗਾ ਤੇ ਇੱਕ ਬੋਲ ਬੋਲ, ਭਾਵੇਂ ਬਹੁਤ ਛੋਟਾ ਹੋਵੇ, ਰਾਈ ਦੇ ਦਾਣੇ ਜਿਤਨਾ ਹੋਵੇ, ਭਾਵੇਂ ਉਹਦੇ ਵਿੱਚ ਲੇਕਿਨ ਉਹਦੇ ਵਿੱਚ ਸੁਗੰਧ ਹੋਵੇ, ਮਹਿਕ ਹੋਵੇ। ਤੋ ਇਹ ਸਪਸ਼ਟ ਹੈ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਬਹੁਤ ਬੋਲਣਾ ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਜ਼ਰੂਰਤ ਤੋਂ ਜ਼ਿਆਦਾ ਬੋਲਣਾ ਚੱਖ ਮਾਰਨਾ ਹੈ। ਭਗਤ ਕਬੀਰ ਕਹਿੰਦੇ ਨੇ, ਬਹੁਤ ਬੋਲਣ ਵਾਲਾ ਬਿਕਾਰੀ ਹੋ ਜਾਏਗਾ। ਬੋਲਤ ਬੋਲਤ ਬੜੇ ਬਿਕਾਰਾ, ਪਰ ਬਿਨ ਬੋਲੇ ਕਿਆ ਕਰੇ ਵਿਚਾਰਾ। ਜਿਤਨਾ ਜ਼ਿਆਦਾ ਬੋਲੇਗਾ ਮਨ ਖਿੰਡੇਗਾ, ਜਿਤਨਾ ਮਨ ਖਿੰਡੇਗਾ ਉਤਨਾ ਵਿਕਾਰੀ ਬਣੇਗਾ, ਉਤਨਾ ਜੀਵਨ ਤਣਾਵ ਦੇ ਵਿੱਚ ਭਰ ਜਾਏਗਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਅਨੰਤ ਨੇ, ਬੇਸ਼ੁਮਾਰ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਰੋਕ ਕੇ ਰੱਖਿਆ ਹੈ। ਬਹੁਤਾ ਨਹੀਂ ਬੋਲਣਾ ਹੈ ਉਹਨਾਂ ਨੇ, ਜਾਂ ਇੱਕ ਲਿਵਲਾਰ ਮੌਨ ਧਾਰਨ ਕੀਤਾ ਹੋਇਆ ਹੈ, ਚੁੱਪ ਹੀ ਬੈਠੇ ਨੇ। ਤੇ ਅੱਗੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਕੁਦਰਤ ਕਵਣ ਕਹਾਂ ਵਿਚਾਰ, ਹੇ ਪਰਿਪੂਰਨ ਪਰਮਾਤਮਾ, ਮੈਂ ਕੌਣ ਹਾਂ ਤੇਰੀ ਕੁਦਰਤ ਦਾ ਵਿਚਾਰ ਕਰਾਂ। ਤੇਰੀ ਕੁਦਰਤ ਦੇ ਵਿੱਚ ਇੱਕ ਇੱਕ ਸ਼੍ਰੇਣੀ ਦੇ ਅਨੰਤ ਹੀ ਹਿੱਸੇ ਨੇ। ਭਗਤ ਇਤਨੇ ਨੇ ਤੇਰੇ, ਉਹੀ ਨਹੀਂ ਗਿਣੇ ਜਾ ਸਕਦੇ, ਤੇ ਬਾਕੀ ਨੇਕੀਆਂ ਦੇ ਜਿਹੜੇ ਮਨਸਬੇ ਨੇ ਉਹਨਾਂ ਦੀ ਗਿਣਤੀ ਮੈਂ ਕਿਵੇਂ ਕਰਾਂ। ਇਸ ਵਾਸਤੇ ਮੈਂ ਕੌਣ ਹਾਂ ਤੇਰੀ ਕੁਦਰਤ ਦੀ ਵਿਚਾਰ ਕਰ ਸਕਾਂ। ਫਿਰ ਅੱਗੇ ਕਹਿੰਦੇ ਨੇ, ਵਾਰਿਆ ਨਾ ਜਾਵਾਂ ਇੱਕ ਵਾਰ, ਮੇਰੇ ਵਿੱਚ ਤੇ ਇਤਨੀ ਸਮਰੱਥਾ ਨਹੀਂ, ਮੈਂ ਤੇਰੇ ਤੋਂ ਇੱਕ ਦਫਾ ਸਦਕੇ ਜਾਵਾਂ, ਇੱਕ ਦਫਾ ਕੁਰਬਾਨ ਜਾਵਾਂ। ਜੋ ਤੁਧ ਭਾਵੇ ਸਾਈ ਭਲੀਕਾਰ, ਹੇ ਪਰਿਪੂਰਨ ਪਰਮਾਤਮਾ, ਜੋ ਤੈਨੂੰ ਭਾਵਦਾ ਹੈ ਉਹੀ ਮੈਨੂੰ ਚੰਗਾ ਲੱਗਦਾ ਹੈ, ਜੋ ਤੂੰ ਕਾਰ ਕਰਦਾ ਹੈ ਉਹੀ ਚੰਗੀ ਹੈ, ਠੀਕ ਹੈ, ਉਹੀ ਮਹਾਨ ਹੈ। ਭਗਤ ਦੇ ਹਿਰਦੇ ਵਿੱਚੋਂ ਸ਼ਿਕਵਾ ਕਤਈ ਨਹੀਂ ਨਿਕਲੇਗਾ, ਧੰਨਵਾਦ ਨਿਕਲੇਗਾ। ਸੰਸਾਰੀ ਦਾ ਮਤਲਬ ਇਤਨਾ ਹੀ ਹੈ, ਹਰ ਵਕਤ ਸ਼ਿਕਵੇ ਨਾਲ ਭਰਿਆ ਹੋਵੇਗਾ, ਹਰ ਵਕਤ ਨਾ ਸ਼ੁਕਰੀ ਦਾ ਜਜ਼ਬਾ ਉਹਦੇ ਅੰਦਰ ਹੋਵੇਗਾ। ਉਹ ਕਹਿੰਦਾ ਹੈ, ਪਰਮਾਤਮਾ ਮੇਰੀ ਝੋਲੀ ਤੇ ਬਹੁਤ ਵੱਡੀ ਸੀ, ਬਹੁਤ ਵੱਡੀ ਸੀ, ਪਰ ਤੂੰ ਕੀ ਦਿੱਤਾ? ਕੁਝ ਵੀ ਨਹੀਂ ਦਿੱਤਾ। ਮੇਰੀ ਝੋਲੀ ਦੇ ਸਮਾਨ ਦਾ ਤੂੰ ਮੇਰੀ ਝੋਲੀ 'ਚ ਪਾਈ ਨਹੀਂ। ਮੇਰੀ ਝੋਲੀ ਬਹੁਤ ਵੱਡੀ, ਤੇਰੀ ਦਾਤ ਬਹੁਤ ਛੋਟੀ, ਤੇਰੀ ਦੇਣਾ ਬਹੁਤ ਛੋਟਾ। ਪਰ ਜੋ ਭਗਤ ਹੈ ਉਹਦਾ ਕਹਿਣਾ ਇਹ ਹੈ, ਹੇ ਪਰਮਾਤਮਾ, ਮੇਰੀ ਝੋਲੀ ਤੇ ਬਹੁਤ ਛੋਟੀ ਸੀ, ਤੂੰ ਤੇ ਮੈਨੂੰ ਬਹੁਤ ਜ਼ਿਆਦਾ ਦਿੱਤਾ ਹੈ, ਡੁੱਲ ਡੁੱਲ ਕੇ ਪੈਂਦਾ ਹੈ ਮੇਰੀ ਝੋਲੀ ਚੋਂ। ਤੇਰਾ ਧੰਨਵਾਦ, ਤੇਰਾ ਸ਼ੁਕਰਾਨਾ, ਅੱਠ ਪਹਿਰ ਜੋ ਸ਼ੁਕਰਾਨੇ ਨਾਲ ਭਰਿਆ ਹੋਇਆ ਹੈ, ਰੱਬ ਦੀ ਰਜ਼ਾ ਵਿੱਚ ਰਾਜੀ ਹੈ। ਬਸ ਇਹੀ ਭਗਤ ਦੀ ਪਹਿਚਾਣ ਹੈ, ਇਹੀ ਧਾਰਮਿਕ ਮਨੁੱਖ ਦੀ ਪਹਿਚਾਣ ਹੈ। ਸਤਿਗੁਰ ਦੇਵ ਜੀ ਮਹਾਰਾਜ ਦਾ ਫਰਮਾਨ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਐਸਾ ਨਹੀਂ ਕਿ ਤੂੰ ਅੱਜ ਹੈ ਕੱਲ ਨਹੀਂ, ਤੂੰ ਤੇ ਸਦੀਵੀ ਹੈ, ਹਮੇਸ਼ਾ ਹੈ, ਤੇਰੀ ਹਸਤੀ ਅਚਲ ਹੈ। ਮਨੁੱਖ ਦੇ ਅੰਦਰ ਇਹ ਜੋ ਅਚਲ ਹੋਣ ਦਾ, ਅਗਰ ਹੋਣ ਦੀ ਭਾਵਨਾ ਹੈ, ਅਮਰ ਹੋਣ ਦੀ ਭਾਵਨਾ ਹੈ, ਕਹਿੰਦੇ ਨੇ ਇਹ ਪਰਮਾਤਮਾ ਪ੍ਰਾਪਤੀ ਦੀ ਹੀ ਭੁੱਖ ਹੈ, ਈਸ਼ਵਰ ਨੂੰ ਪ੍ਰਾਪਤ ਕਰਨ ਦੀ ਹੀ ਭੁੱਖ ਹੈ। ਨਿਚਲ ਹੋਣਾ ਚਾਹੁੰਦਾ ਹੈ ਜੇ ਮਨੁੱਖ, ਸਦੀਵੀ ਹੋਣਾ ਚਾਹੁੰਦਾ ਹੈ, ਅਮਰ ਹੋਣਾ ਚਾਹੁੰਦਾ ਹੈ, ਪਰ ਇਹ ਗੁਣ ਤੇ ਪਰਮਾਤਮਾ ਦੇ ਨੇ, ਇਹ ਹਸਤੀ ਤੇ ਪਰਮਾਤਮਾ ਦੀ ਹੈ। ਭੋਲੇ ਭਾਅ ਦੇ ਵਿੱਚ, ਨਦਾਨੀ ਵਿੱਚ ਇਹ ਮੰਗ ਮਨੁੱਖ ਦੇ ਅੰਤਰ ਆਤਮ ਵਿੱਚ ਪਰਮਾਤਮਾ ਦੀ ਹੀ ਹੈ। ਤੋ ਸਾਹਿਬ ਕਹਿੰਦੇ ਨੇ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਆਕਾਰ ਤੋਂ ਰਹਿਤ ਹੈ। ਆਕਾਰ ਕੋਈ ਸਦੀਵੀ ਸਲਾਮਤ ਨਹੀਂ, ਚਾਹੇ ਵੱਡੇ ਤੋਂ ਵੱਡਾ ਆਕਾਰ ਕਿਉਂ ਨਾ ਹੋਵੇ, ਸਦੀਵੀ ਸਲਾਮਤ ਨਹੀਂ। ਅੱਜ ਬਣਿਆ ਹੈ ਕੱਲ ਮਿਟ ਜਾਏਗਾ। ਇਸ ਜ਼ਮੀਨ ਤੇ ਉੱਚੇ ਪਹਾੜ ਵੀ ਇੱਕ ਦਿਨ ਮਿਟ ਜਾਣਗੇ, ਤੇ ਪਹਾੜਾਂ ਦਾ ਤਾਂ ਕਹਿਣਾ ਹੈ ਕਿ ਪ੍ਰਿਥਵੀ ਵੀ ਇੱਕ ਦਿਨ ਮਿਟ ਜਾਣੀ ਹੈ। ਮਨੁੱਖ ਮਿਟ ਜਾਂਦੇ ਨੇ, ਪ੍ਰਿਥਵੀ ਤੇ ਖੜੇ ਹੋਏ ਮਹਿਲ ਇੱਕ ਦਿਨ ਗਿਰ ਜਾਂਦੇ ਨੇ, ਪੱਥਰ ਰੇਤ ਹੋ ਜਾਂਦੇ ਨੇ, ਇੱਥੇ ਤੇ ਸਭ ਕੁਝ ਮਿਟ ਜਾਂਦਾ ਹੈ। ਆਕਾਰ ਜੋ ਕੁਝ ਵੀ ਹੈ ਸਦੀਵੀ ਨਹੀਂ ਹੈ, ਸਲਾਮਤ ਨਹੀਂ ਹੈ, ਅੱਜ ਹੈ ਕੱਲ ਨਹੀਂ ਹੈ, ਕੱਲ ਨਹੀਂ ਹੋ ਜਾਏਗਾ। ਪਰ ਇਸ ਵਾਸਤੇ ਸਤਿਗੁਰ ਕਹਿੰਦੇ ਨੇ, ਤੂੰ ਸਦਾ ਸਲਾਮਤ ਹੈ, ਹਮੇਸ਼ਾ ਹੈ, ਸਦੀਵੀ ਹੈ, ਪਰ ਤੇਰੀ
ਪਰ ਤੇਰਾ ਕੋਈ ਆਕਾਰ ਨਹੀਂ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਆਕਾਰ ਤੋਂ ਰਹਿਤ ਪਰਮਾਤਮਾ, ਤੂੰ ਸਦੀਵੀ ਹੈ, ਸਲਾਮਤ ਹੈ। ਜੋ ਕੁਝ ਤੈਨੂੰ ਭਾਵਦਾ ਹੈ ਉਹੀ ਕੰਮ ਚੰਗਾ ਹੈ। ਤੇ ਇਹ ਸੀ ਜੀ 17ਵੀਂ ਪੌੜੀ ਦੀ ਵਿਆਖਿਆ ਜਪਜੀ ਸਾਹਿਬ ਦੀ। ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੁਰ ਮੋਹ ਪਕਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।